ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੋ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨਨ ਨ ਸਾਕੋ, ਤੂ ਠਾਕੁਰ ਊਚ ਭਗਵਾਨਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ, ਦੰਡਾਉਤ ਬੰਦਨ ਅਨਕ ਬਾਰੋ। ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਸਾਹਿਬ ਸ੍ਰੀ ਅਕਾਲ ਪੁਰਖ ਉਸ ਭਲੀ ਪੂਰਨ ਪ੍ਰਮਾਤਮਾ ਦੀ ਗੋਦ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਬਾ ਅਦਬ ਸਤਕਾਰ ਦੇ ਨਾਲ ਭਾਵਨਾ ਵਿੱਚ ਭਿੱਜ ਕੇ ਆਪ ਸਮੂਹ ਸੰਗਤਾਂ ਨੇ ਫਤਿਹ ਦਾ ਜਵਾਬ ਫਤਿਹ ਦੇਣਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਆਪ ਜੀ ਨੇ ਬੱਚੀ ਸਹਿਜ ਕੌਰ ਦੇ ਕੋਲੋਂ ਕਵਿਤਾ ਸਰਵਣ ਕੀਤੀ ਹੈ। ਕੁਝ ਸਮਾਂ ਦਾਸ ਨੂੰ ਵੀ ਪ੍ਰਾਪਤ ਹੋਇਆ ਹੈ। ਅੱਜ ਦੀ ਜੋ ਵਿਚਾਰ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਰਾਗ ਸ੍ਰੀ ਰਾਗ ਦੇ ਅੰਦਰ, ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਜਹ ਧਿਰ ਦੇਖਾਂ ਤਹ ਧਿਰ ਮੌਜੂਦ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਹੈ ਮਨੁੱਖ ਦਾ ਸਿਦਕ। ਔਰ ਇੱਕ ਗੱਲ ਯਾਦ ਰੱਖ ਲੈਣਾ, ਜਿਸ ਇਨਸਾਨ ਦਾ ਸਿਦਕ ਡੋਲ ਜਾਂਦਾ ਉਹ ਕਦੀ ਵੀ ਆਪਣੇ ਮਾਹੀ ਦੀ, ਕਦੀ ਵੀ ਆਪਣੇ ਮਾਲਕ ਦੀ ਬਖਸ਼ਿਸ਼ ਨੂੰ ਨਹੀਂ ਪਾ ਸਕਦਾ। ਮਹਾਰਾਜ ਜੀ ਦੇ ਪਾਵਨ ਬਚਨ ਹੈ, ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੇ ਕੋਈ। ਕਹਿੰਦੇ ਗੱਲਾਂ ਬਾਤਾਂ ਦੇ ਨਾਲ ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁਡੇਂਦੀ ਨਾ ਲਹਾਂ। ਗੱਲਾਂ ਬਾਤਾਂ ਵਾਲੇ ਤਾਂ ਬੇਅੰਤ ਸਾਨੂੰ ਗਲੀਆਂ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ, ਪਰ ਹਕੀਕਤ ਇਹ ਵੇ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਵੀ ਜੇ ਇਸ ਮਾਰਗ ਤੇ ਚੱਲਣਾ ਤੇ ਆਪਣਾ ਸੀਸ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨਾ ਪੈਂਦਾ ਹੈ। ਬੜੀ ਪਿਆਰੀ ਇੱਕ ਘਟਨਾ ਸਾਡੇ ਇਤਿਹਾਸ ਦੇ ਵਿੱਚ ਆਉਂਦੀ ਹੈ। ਮੇਰੇ ਕਲਗੀਧਰ ਪਾਤਸ਼ਾਹ ਜਦੋਂ ਮੁਗਲਾਂ ਦੇ ਨਾਲ ਜੰਗ ਲੜਦਿਆਂ ਮੇਰੇ ਸਤਿਗੁਰ ਜੀ ਪਹੁੰਚੇ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ। ਔਰ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਕੇ ਉਸ ਨੇੜੇ ਦੇ ਪਿੰਡ ਜਿਹਦੇ ਵਿੱਚ ਗੁਰੂ ਮਹਾਰਾਜ ਜੀ ਦੇ ਸ਼ਰਧਾਲੂ
ਭਾਈ ਗੁਲਾਬਾ ਤੇ ਭਾਈ ਪੰਜਾਬਾ ਦੋਨੋਂ ਸਕੇ ਭਰਾ ਰਹਿੰਦੇ ਸਨ। ਇਹ ਘੋੜਿਆਂ ਦੇ ਵਪਾਰੀ ਸਨ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਲਾਬੇ ਤੇ ਪੰਜਾਬੇ ਨੇ ਜਦੋਂ ਵੀ ਜਾਣਾ ਤੇ ਇੱਕ ਬੇਨਤੀ ਕਰਨੀ, ਇੱਕ ਜੋਦੜੀ ਕਰਨੀ ਕਿ ਸਤਿਗੁਰੂ ਕਦੀ ਸਾਡੇ ਘਰ ਵਿੱਚ ਵੀ ਆ ਕੇ ਤੁਸਾਂ ਨੇ ਚਰਨ ਪਾਉਣੇ, ਕਦੀ ਸਾਡੇ ਘਰ ਵਿੱਚ ਵੀ ਤੁਸਾਂ ਨੇ ਆਉਣਾ। ਤੇ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਆਖੇ ਕਿ ਗੁਲਾਬਿਆ ਕਦੀ ਸਮਾਂ ਆਵੇਗਾ ਤੇ ਅਸੀਂ ਚੱਲ ਕੇ ਤੇਰੇ ਘਰ ਵਿੱਚ ਆਵਾਂਗੇ, ਪਰ ਥੋੜੀ ਅਜੇ ਤੁਸਾਂ ਨੇ ਉਡੀਕ ਕਰਨੀ ਹੈ। ਸਮਾਂ ਆਇਆ। ਮੇਰੇ ਕਲਗੀਧਰ ਪਾਤਸ਼ਾਹ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਘੇਰਾ ਪੈਂਦਾ ਹੈ ਤੇ ਉਸ ਵੇਲੇ ਤਕਰੀਬਨ 8 ਤੋਂ ਲੈ ਕੇ 10,000 ਦੇ ਕਰੀਬ ਗੁਰੂ ਕੇ ਸਿੱਖ ਸ਼ਰਧਾਲੂ ਜਿਹੜੇ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਉਹਨਾਂ ਕਿਲਿਆਂ ਦੇ ਵਿੱਚ ਮੋਰਚਾਬੰਦੀ ਕਰਕੇ ਬੈਠੇ ਨੇ। ਜਿਉਂ-ਜਿਉਂ ਲੰਬਾ ਘੇਰਾ ਹੁੰਦਾ ਚਲਾ ਗਿਆ, ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀ ਫੌਜ ਦਾ ਵੀ ਬੜਾ ਨੁਕਸਾਨ ਹੋਇਆ, ਪਰ ਦੂਜੇ ਪਾਸੇ ਭੁੱਖਣ ਭਾਣੇ ਗੁਰੂ ਕੇ ਲਾਲ ਜਿਹੜੇ ਸੀ ਉਹ ਵੀ ਤੜਪਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਨੇ। ਸਮਾਂ ਆਇਆ, ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਕਿ ਤੁਸੀਂ ਕਿਲੇ ਨੂੰ ਛੱਡ ਦੇਵੋ ਔਰ ਕੁਰਾਨ ਮਜੀਦ ਦਾ ਪਾਵਨ ਉਤਾਰਾ ਜਿਹਦੇ ਤੇ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਦਸਤਖਤ ਕੀਤੇ ਹੋਏ ਸਨ, ਉਹ ਵੀ ਲੈ ਕੇ ਜਦੋਂ ਕਾਜੀ ਸਾਹਿਬ ਪਹੁੰਚੇ ਵੀ ਤੁਸੀਂ ਕਸਮ ਖਾਂਦੇ ਆ ਅਸੀਂ ਇਸ ਕੁਰਾਨ ਮਜੀਦ ਦੀ ਤੇ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਵੋ। ਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਮੈਂ ਇੱਕ ਧਾਰਮਿਕ ਆਗੂ ਹਾਂ। ਜੇ ਧਾਰਮਿਕ ਆਗੂ ਹੀ ਧਾਰਮਿਕ ਗ੍ਰੰਥ ਦੀ ਸਾਹਮਣੇ ਰੱਖ ਕੇ, ਧਾਰਮਿਕ ਚਿੰਨ੍ਹਾਂ ਨੂੰ ਸਾਹਮਣੇ ਰੱਖ ਕੇ ਜੇ ਅਸੀਂ ਗੱਲ ਨਹੀਂ ਮੰਨਾਂਗੇ, ਜੇ ਅਸੀਂ ਵਿਸ਼ਵਾਸ ਨਹੀਂ ਕਰਾਂਗੇ ਤਾਂ ਫਿਰ ਕੌਣ ਵਿਸ਼ਵਾਸ ਕਰੇਗਾ। ਹੁਣ ਗੱਲ ਔਰੰਗਜ਼ੇਬ ਦੀ ਤੇ ਸਾਡੀ ਨਹੀਂ ਹੈ। ਜੇਕਰ ਕਾਜੀ ਸਾਹਿਬ ਤੁਸੀਂ ਕੁਰਾਨ ਮਜੀਦ ਦੀ ਜਿਲਦ ਮੇਰੇ ਕੋਲ ਲੈ ਕੇ ਆਏ ਹੋ ਤੇ ਅਸੀਂ ਤਾਂ ਹਮੇਸ਼ਾ ਧਰਮ ਦੀ ਵੀ ਕਦਰ ਕੀਤੀ ਹੈ, ਧਾਰਮਿਕ ਗ੍ਰੰਥਾਂ ਦੀ ਵੀ ਕਦਰ ਕੀਤੀ ਹੈ, ਅਸੀਂ ਤਾਂ ਧਾਰਮਿਕ ਚਿੰਨ੍ਹਾਂ ਦੀ ਵੀ ਕਦਰ ਕੀਤੀ ਹੈ। ਜੇ ਐਸੇ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ 1675 ਦੇ ਵਿੱਚ ਮਈ ਦੇ ਮਹੀਨੇ ਵਿੱਚ ਪੰਡਤ 16 ਦੇ ਕਰੀਬ ਆਏ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਸਾਡੇ ਜਨੇਊ ਤੇ ਸਾਡੇ ਤਿਲਕ ਨੂੰ ਜਿਹੜਾ ਹੈ ਬਹੁਤ ਖਤਰਾ, ਤੇ ਉਹਨਾਂ ਦੇ ਜਨੇਊ ਨੂੰ ਦੇਖ ਕੇ ਸਾਡੇ ਪਿਤਾ ਜੀ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਧਾਰਮਿਕ ਚਿੰਨ੍ਹਾਂ ਦੀ ਉਦੋਂ ਵੀ ਅਸੀਂ ਕਦਰ ਕੀਤੀ ਹੈ, ਤੇ ਜੇਕਰ ਅੱਜ ਤੁਸੀਂ ਸਾਡੇ ਕੋਲ ਕੁਰਾਨ ਮਜੀਦ ਸਾਹਿਬ ਜੀ ਦਾ ਇਹ ਉਤਾਰਾ ਲੈ ਕੇ ਆਏ ਹੋ ਤੇ ਅਸੀਂ ਅੱਜ ਵੀ ਤੁਹਾਡੀ ਕਦਰ ਕਰਾਂਗੇ, ਅਸੀਂ ਇਸ ਕਿਲੇ ਨੂੰ ਛੱਡ ਦੇਵਾਂਗੇ। ਮੇਰੇ ਕਲਗੀਧਰ ਪਾਤਸ਼ਾਹ ਜੀ ਜਦੋਂ 6 ਤੇ 7 ਪੋਹ ਦੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਦੇ ਨੇ, ਤਕਰੀਬਨ 2000 ਦੇ ਕਰੀਬ ਸਿੱਖਾਂ ਦੀ ਗਿਣਤੀ ਹੈ। ਲੜਦਿਆਂ ਲੜਦਿਆਂ ਇਹ ਸੂਰਮੇ ਸ਼ਾਹੀ ਟਿੱਬੀ ਤੇ ਪਹੁੰਚੇ। ਇੱਥੋਂ ਤੱਕ ਆਂਦਿਆਂ ਬੇਅੰਤ ਸਿੰਘ ਜਿਹੜੇ ਨੇ, ਆਲਮ ਸਿੰਘ ਨਚਨਾ ਵਰਗੇ, ਭਾਈ ਉਦੇ ਸਿੰਘ ਵਰਗੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਨੇ, ਭਾਈ ਜੀਵਨ ਸਿੰਘ ਜੀ ਜੈਤਾ ਰੰਗਰੇਟਾ ਗੁਰੂ ਕਾ ਬੇਟਾ, ਉਹ ਵੀ ਆਪਣੇ ਜਥੇ ਨਾਲ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਤੇ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ, ਗਿਣਤੀ ਜਿਹੜੀ ਹੈ ਤਕਰੀਬਨ 40 ਦੇ ਕਰੀਬ ਰਹਿ ਜਾਂਦੀ। ਜਦੋਂ ਪਹੁੰਚਦੇ ਨੇ ਮੇਰੇ ਦਾਤਾਰ ਚਮਕੌਰ ਦੀ ਗੜੀ ਦੇ ਵਿੱਚ, ਤਾਂ ਉਸ ਵੇਲੇ 40 ਦੇ 40 ਸਿੰਘਾਂ ਤੇ ਸ਼ਹਾਦਤਾਂ ਦਾ ਜਾਮ ਪੀਂਦੇ ਨੇ, ਬਾਕੀ 4 ਰਹਿ ਜਾਂਦੇ ਨੇ। 3 ਗੁਰੂ ਦੇ ਲਾਲ ਤੇ ਆਪ ਗੁਰੂ ਮਹਾਰਾਜ। ਤੇ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ, ਮੇਰੇ ਦਾਤਾਰ ਇਕੱਲੇ ਹੀ ਰਹਿ ਜਾਂਦੇ ਨੇ, 3 ਸਾਥੀ ਵੀ ਉਹਨਾਂ ਕੋਲ ਵਿਛੜ ਜਾਂਦੇ ਨੇ। ਖੈਰ ਖੋਜ ਕਰਦਿਆਂ ਕਰਦਿਆਂ ਜਦੋਂ ਗੁਰੂ ਦੇ ਲਾਲ ਗੁਰੂ ਦੇ ਕੋਲ ਪਹੁੰਚੇ ਤੇ ਗੁਲਾਬੇ ਤੇ ਪੰਜਾਬੇ ਦਾ ਨੌਕਰ ਸਵੇਰ ਵੇਲੇ ਆਪਣੇ ਖੇਤਾਂ ਵਿੱਚ ਗਿਆ ਹੋਇਆ, ਕਿਤੇ ਹੱਟ ਖੂਹ ਚਲਾਣਾ ਹੋਵੇਗਾ, ਕਿਧਰੇ ਖੇਤਾਂ ਨੂੰ ਪਾਣੀ ਦੇਣਾ ਹੋਵੇਗਾ, ਤੇ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕੀਤੇ। ਉਹਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਦੱਸਿਆ ਵੀ ਤੁਹਾਡੀ ਸ਼ਕਲ ਸੂਰਤ ਵਾਲਾ ਮਹਾਂਪੁਰਖ ਕੋਈ ਇੱਧਰ ਬਿਰਾਜਮਾਨ ਹੈ,
इस जंगल दे विच खैर गुलाबे ते पंजाबे दा नौकर जदों घर आया ते गुलाबे ते पंजाबे नूं इह गल आखी भी जिन्हां नूं तुसीं याद करदे हो, मैनूं लगदा कि गुरु गोबिंद सिंह सच्चे पातशाह इस इलाके विच विचरदे पए ने, तुहाडे खेतां विच उन्हां ने उतारा कीता होया है। जदों गुलाबा ते पंजाबा गर्म दुध लैके अपने उस खूह ते पहुंचे ने ते की देखदे, मेरे सतगुर दा ओ जलाल, ओ मगदा होया चेहरा, फटे हुए बस्तर ते उन्हां दे चरनां दे विच बेअंत कंडे लगे होए ते सतगुरां नूं दुध पियान तो बाद कहण लगे, सतगुरु किन्ना चंगा होवे जे तुसीं साडे घर चलो, असीं तुहाडी सेवा टहल करना चाहुंदे हां। मेरे कलगीधर पातशाह जी कहण लगे, गुलाबिया एक गल याद रखी, जिस गुरु नूं तुसीं मिलन वास्ते आनंदपुर साहब दी धरती ते आउंदे सी, ओ गुरु होर सी। अज जिहड़ा तुहाडे सामने खड़ा ए गुरु गोबिंद सिंह तुहाडा गुरु नहीं, हुकूमत दा एक बागी है। ते एक गल याद रख ले, तेरे घर विच जावांगे ते तेरे नाल कुछ भी वापर सकदा। कहण लगे, सतगुरु जी ये सारियां दातां ये बख्शिशां तुसीं दित्तियां ने, किरपा करके साडे घर चलो, साडी बेनती नूं प्रवान करो। मेरे कलगीधर पातशाह भाग लाने सी किसी होर नूं, जरिया कोई होर बन जांदा। मैं तां अक्सर बेनती करदा हुन्ना कि बहाना बनदा है भाई मरदाना जी दा कि मैनूं प्यास लगी है जी, जांदा है उपर टेकरी दे, जांदा उत्ते पहाड़ी दे, हसन अब्दाल दी धरती ते। हकीकत ऐ सी कि प्यास लगी भाई मरदाना जी नूं, बहाना बनिया भाई मरदाना जी नूं। पर मेरे गुरु नानक सच्चे पातशाह ने पहाड़ां विच पंजे लगा के ते वली कंधारी वर्गियां दा बल दूर करके उहदे अंदर दे बल सारे कढ के उस वली कंधारी नूं जिहड़ा सच दा मार्ग दिखलाया सी। हकीकत यही हुंदी है। हुण ख्याल करना, जदों मेरे कलगीधर पातशाह नूं बेनती कीती ते उस वेले गुलाबे ते पंजाबे दे घर विच मेरे कलगीधर पातशाह जी पहुंचे ते उन्हां दा चुबारे दे उत्ते आसन लगाया गया। गुलाबा गुरु महाराज जी दी टहल सेवा करदा पिया ते पंजाबा जिहड़ा है जदों बाहर गया ते पिंड दे चौंक दे विच एक मुनादी हुंदी पई है, सुनो सुनो सुनो, गुरु गोबिंद सिंह बागी चमकौर दी गढ़ी तो चल के इस इलाके वाले पासे आए, जेड़ा भी सूचना देवेगा गुरु गोबिंद सिंह महाराज जी दे बारे ओनू लाखां रुपये दी जायदाद दित्ती जावेगी, इनाम दिते जाणगे। पर जेड़ा भी गुरु गोबिंद सिंह जी नूं अपने घर विच पनाह देवेगा, ओदे बाल न्याणे असीं कोलू विच पीड़ के रख देवांगे। जदों ये गल सुनीए गुलाबे ने और ओ भज्जा भज्जा घर आया ते आके अपने भरा नूं कहण लगा, मां जाए मेरे भरावा, तू किहड़े चक्करां विच पै गया, तू बागी गुरु नूं अपने घर विच लैके आ गया। देख बाहर मुनादी हुंदी पई है, जे सरकारे दरबारे पता लग गया ते साडा सारा परिवार खत्म कर दिता जाएगा। इधर मेरे गुरु गोबिंद सिंह सच्चे पातशाह चुबारे दे उत्ते विराजमान मेहंदी दे पत्ते तोड़ के और उस तो इलावा कई होर जड़ियां बूटियां दे पत्ते तोड़ के, निम दे पत्ते तोड़ के पानी विच उबाल के ते ओदे नाल सतगुरां दे पावन चरनां दे उत्ते टकोर कीते जा रहे ने, गर्म पानी दे टकोर कीते जा रहे। ते भाई दया सिंह जी कहंदे ने, सतगुरा तुहाडे मुबारक चरनां दे विच इन्ने कंडे लगे ने, इन्ने जख्म होए ने, मैनूं लगदा कि तुसीं अजे कुछ समा चल नहीं सकोगे, इत्थे ही सानूं समा गुजारना पवेगा, थोड़ा समा सानूं इत्थे ही रहना पवेगा जदों तक कि तुहाडे मुबारक चरण ठीक नहीं हो जांदे। ते मेरे कलगीधर पातशाह जी फरमान करन लगे, कहने लगे, भाई दया सिंह जी गुरबाणी दे पावन बचन है कि मता करे पच्छम के ताई पूरब ही लै जात। उस मालिक दा कोई नहीं पता, इंसान मता कुछ होर पकांदा है ते हो कुछ होर जांदा, सब ओदी रजा विच हुंदा है। अजे चर्चा चलदी पई है, विचार चलदी पई, थल्ले गुलाबे ते पंजाबे दा कलेश चलदा पिया। आखिर जेड़ा गुलाबा सी वो हार जांदा, एक थाली विच
एक गुड़ दी ढेली भेली रख के 5 पैसे रख के एक छोटी दस्तार थाली विच ढक के लैके ते चुबारे दे उत्ते आ रहा। कलगीधर पातशाह जी दरवाजा खोलिया, कौन है? मैं है सतगुरु जी। ये की लैके आए हो? जदों पुछया भाई दया सिंह जी ने ते कलगीधर पातशाह जी मुस्कुरा के कहने लगे, जेड़ी चीज ढक बना के लियांदी होवे ना वो जरूर कुछ खास हुंदा है। दस गुलाबिया पंजाबिया की लैके आए हो? जदों कपड़ा चुकिया, 5 पैसे, गुड़ दी भेली, छोटी दस्तार, कहने लगे सतगुरा साडे घर विच तुसी आए हो ते असी हुण तुहानूं विदा कर लगे हां ते साडे घर दी रवायत है कि जो साडे घर विच आंदे ने महापुरख असी उन्हां दा सत्कार करदे हां ते तुसी किरपा करके साडे घरों चाले पा दिओ। जदों ये गल आखी भाई मान सिंह नूं थोड़ा रोस आया। कहंदे ओ भलिया पुरखा, देख गुरु महाराज जी दे मुबारक चरण किवें उन्हां चरनां विच जख्म ने, किवें सतगुरु जी अगे जाणगे, किवें अगे जा सकदे ने, किवें अगे कदम पुट सकदे ने। तैनूं थोड़ी लज्जा होनी चाहिदी है, तैनूं शर्म होनी चाहिदी है। गुलाबा ते पंजाबा कहण लगे, मैं रौला पा देवांगा, तुसी मेरा घर छड्ड के चले जावो, मेरे चुबारे नूं छड्ड के चले जावो। सरकारे दरबारे खबर हो गई, मेरा बाल न्याना कोलू विच पीड़ दिता जावेगा, तुसी चले जावो तो चंगी गल है। कलगीधर पातशाह कहंदे ठीक असी चले जांदे, एक रात असी तेरे कोल गुजार लैंदे हां। एक रात गुजार तो बाद सवेरे असी चले जावांगे। पर उन्हां दोनां भरावां ने इक्को जिद कीती कि रात तक ही तुसी हुणे ही छड्ड के चले जावो, तुसी हुणे ही साडे घर तो कूच कर देवो। जदों भाई मान सिंह ने रोस विच आके गल आखी भी नहीं असी जांदे, तू की करेंगा? ते उच्ची उच्ची रौला पाउंदा होया कहन लगा, मैं सरकारे दरबारे खबर कर देवांगा, मेरे घर नूं छड्ड के चले जावो। मेरे कलगीधर पातशाह जी ने गुलाबे नूं कोल बुलाया, कहंदे बच्चे डर ना, मेरे कोल आ मेरे कोल। जदों डरदा होया सहमिया होया गुलाबा कलगीधर पातशाह दे सामने होया, मेरे कलगीधर पातशाह ने घुट के गले लगाया। कहंदे गुलाबिया तू किवें सोच लिया कि असी तेरे बच्चियां दे तेरे घर दे वैरी बन सकदे हां? तू किवें सोच लिया कि तेरे बाल न्याणियां दे कातल असी बन जाइए? तू अजे सानू समझिया ही नहीं, असी अपने खालसे दे नाल किन्ना प्यार करदे हां। देख मैनू मेरे खालसे ने कह दिता कि सतगुरु आनंदगढ़ दा किला छड्ड देवो। मैं अपने खालसे दा हुक्म मन्निया, मैं आनंदगढ़ दा किला छड्ड दिता। मेरे खालसे ने दूसरी बारी हुक्म किया कि सतगुरु जी तुसी चमकौर दी गढ़ी नूं छड्ड के चले जावो। मेरे पुत्र शहीद हो गए, मैं भी शहीद होना चाहता सी, पर मैं अपने खालसे दे अगे सी झुका दिता। मैं उस चमकौर दी गढ़ी नूं छड्ड के चला गया। ते मेरे लाल, जे अज मेरे खालसे ने बचन आखिया कि तुसी इस चुबारे नूं छड्ड के चले जावो, घर नूं छड्ड के चले जावो, ते मेरे लाल मैं अज भी इस घर नूं तेरे नूं छड्ड के चला जावांगा। की होया जे मेरे पुत्र कुर्बान हो गए पर तेरे पुत्रां दी लंबियां उमरां होणगियां? की होया जे साडे घर उजड़ गए, आनंदपुर साहब दी धरती उजड़ गई, पर तेरे चुबारियां नूं सदा भाग लगणगे? सच करके जानियो मेरे कलगीधर पातशाह जी जदों उस चुबारे तो उतर के गए तो उन्हां को चलिया नहीं जांदा सी। हकीकत यह सी कि निहाले खत्री दी माता जिन महाराज जी दे वास्ते सोने वस्त्र सजाए हुए सन, वो दिन रात याद करदी सी कि मेरा माही, मेरा सतगुरु कदों आन ते कदों आके ए वस्त्रां नूं पहनना। मेरे सतगुरां ने उस निहाले खत्री दी माता नूं भाग लाने सी। ओदा बनाया होया चोला मेरे सतगुरां ने नीले रंग विच रंग के उस नूं पहनिया ते नाल ही गुरां दे सन्मुख जेड़े ने गुरु दे लाल जेड़े दिन रात गुरु घर दी सेवा करदे सी, ओ भी जेड़ा है
ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਜਾਂਦੇ ਨੇ। ਪਰ ਇੱਕ ਗੱਲ ਯਾਦ ਰੱਖ ਲੈਣਾ, ਅਸੀਂ ਗੱਲਾਂ ਬਾਤਾਂ ਵਿੱਚ ਲੱਖ ਗੁਰੂ ਦੇ ਸਿੱਖ ਖਵਾਉਂਦੇ ਹਾਂ, ਪਰ ਮੇਰੇ ਸਤਿਗੁਰਾਂ ਦੇ ਪਾਵਨ ਬਚਨ ਹੈ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਸਾਰੇ ਸਿੱਖ ਸੇਵਕ ਬਣ ਕੇ ਗੁਰੂ ਦੇ ਕੋਲ ਆਉਂਦੇ ਨੇ, ਸਾਰੇ ਹੀ ਸਤਿਗੁਰਾਂ ਦੀ ਬਾਣੀ ਵੀ ਗਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਪਰ ਸਤਿਗੁਰਾਂ ਨਾਲ ਇਹ ਵੀ ਕਹਿ ਦਿੱਤਾ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੱਲ ਤਾਂ ਗੁਰੂ ਦੀ ਆਗਿਆ ਮੰਨਣ ਦੀ ਹੈ, ਗੱਲ ਤੇ ਗੁਰੂ ਤੇ ਵਿਸ਼ਵਾਸ ਲਿਆਂਦੀ ਹੈ, ਗੱਲ ਤਾਂ ਗੁਰੂ ਤੇ ਭਰੋਸਾ ਲਿਆਂਦੀ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਨੇ ਸਿੱਧਕ ਕਰ ਸਿਜਦਾ। ਮੈਂ ਤਾਂ ਹੈਰਾਨ ਹੋ ਜਾਂਦਾ, ਗੁਰੂ ਘਰ ਦੇ ਵਿੱਚ ਗੋਲਕਾਂ ਜਦੋਂ ਗਿਣੀ ਜਾਂਦੀ ਹੈ ਨਾ, ਤੇ ਕਈ ਵਾਰ ਸਾਨੂੰ ਵੀ ਸੇਵਾ, ਜਦੋਂ ਗੁਰਦੁਆਰਾ ਸਾਹਿਬ 'ਚ ਅਸੀਂ ਡਿਊਟੀ ਸੇਵਾ ਕਰਦੇ ਸੀ, ਸਾਨੂੰ ਵੀ ਮੌਕਾ ਮਿਲਦਾ ਸੀ ਵੀ ਤੁਸੀਂ ਵੀ ਗੋਲਕ ਦੀ ਸੇਵਾ ਸਾਡੇ ਨਾਲ ਭਾਈ ਸਾਹਿਬ ਜੀ ਆ ਕੇ ਕਰਾਓ। ਤੇ ਜਦੋਂ ਗੁਰੂ ਦੀਆਂ ਗੋਲਕਾਂ ਦੀ ਸੇਵਾ ਕਰਦੇ ਸੀ, ਮੈਂ ਹੈਰਾਨ ਹੋ ਜਾਂਦਾ ਸੀ, ਜਿਹੜੇ ਫਟੇ ਪੁਰਾਣੇ ਨੋਟ, ਜਿਹੜੇ ਫਟੇ ਪੁਰਾਣੇ ਪੈਸੇ ਸ਼ਰਾਬ ਦੀਆਂ ਦੁਕਾਨਾਂ ਤੇ ਵੀ ਨਹੀਂ ਚੱਲਦੇ, ਲੋਕੀ ਉਹ ਵੀ ਗੁਰੂ ਦੀਆਂ ਗੋਲਕਾਂ 'ਚ ਪਾ ਕੇ ਚਲੇ ਜਾਂਦੇ ਨੇ। ਧਿਆਨ ਦੇਣਾ, ਉਹ ਵੀ ਗੁਰੂ ਦੀਆਂ ਗੋਲਕਾਂ 'ਚ ਪਾ ਕੇ ਚਲੇ ਜਾਂਦੇ ਨੇ। ਹਕੀਕਤ ਇਹ ਵੇ ਕਿ ਅਸੀਂ ਲੋਕਾਂ ਦੇ ਲਈ ਤਾਂ ਪਰਦਾ ਕਰ ਸਕਦੇ ਹਾਂ, ਪਰ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵਿਡਾਨ, ਉਹ ਮੇਰਾ ਮਾਲਕ ਸਭ ਕੁਝ ਦੇਖਦਾ, ਉਹਦੀ ਖੁਸ਼ੀ ਨੂੰ ਲੈਣਾ, ਉਹਦੀ ਬਖਸ਼ਿਸ਼ ਨੂੰ ਲੈਣਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਸਿੱਧਕ ਕਰ ਸਿਜਦਾ, ਮਨ ਕਰ ਮਕਸੂਦ। ਜਿੱਥੇ ਤੂੰ ਪੈਸਿਆਂ ਦੇ ਨਾਲ ਮੇਰੇ ਅੱਗੇ ਸਿਜਦਾ ਕਰਦਾ ਹੈ ਗੁਰੂ ਦੇ ਸਿੱਖਾ, ਉਥੇ ਆਪਣਾ ਸਿਦਕ ਵੀ ਮੇਰੇ ਚਰਨਾਂ ਵਿੱਚ ਰੱਖਿਆ ਕਰ। ਕਿਉਂਕਿ ਪਹਿਲੀ ਸ਼ਰਤ ਹੀ ਸਾਨੂੰ ਇਹ ਲਗਾਈ ਗਈ ਹੈ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ। ਚਾਓ ਤਾਂ ਸਾਧ ਦੇ ਅੰਦਰ ਪੈਦਾ ਹੁੰਦਾ, ਪਰ ਉਹਦੇ ਰਸਤੇ ਤੇ ਉਹੀ ਚੱਲ ਸਕਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਧਾਨਕ ਦਾ ਰੂਪ ਧਾਰਨ ਕਰਕੇ ਜੰਗਲਾਂ ਵੱਲ ਨੂੰ ਭੱਜੇ, ਬਹੁਤ ਭੀੜ ਉਹਨਾਂ ਦੇ ਪਿੱਛੇ ਜਾ ਰਹੀ ਹੈ। ਔਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਡੰਡੇ ਸੋਟੇ ਦੇ ਨਾਲ ਡਰਾਇਆ, ਸਾਰੀ ਦੀ ਸਾਰੀ ਭੀੜ ਭੱਜ ਗਈ। ਭਾਈ ਦੁਨੀ ਸਿੰਘ, ਭਾਈ ਦੁਨੀ ਚੰਦ, ਮਾਫ ਕਰਨਾ, ਭਾਈ ਦੁਨੀ ਚੰਦ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਲਹਿਣਾ ਜੀ ਸਿਰਫ 3 ਗੁਰੂ ਦੇ ਨਾਲ ਰਹਿ ਗਏ ਸੀ। 3 ਗੁਰੂ ਦੇ ਨਾਲ ਰਹਿ ਗਏ। ਅਖੀਰ ਦੇ ਵਿੱਚ ਸਿਰਫ ਭਾਈ ਲਹਿਣਾ ਜੀ ਬਚੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ, ਲੈਣਿਆ ਸਾਰੀ ਭੀੜ ਭੱਜ ਗਈ, ਤੂੰ ਕਿਉਂ ਨਹੀਂ ਭੱਜਿਆ? ਜਾ ਆਪਣੇ ਘਰ ਨੂੰ ਚਲਾ ਜਾ। ਤੇ ਭਾਈ ਲਹਿਣੇ ਨੇ ਇੱਕੋ ਗੱਲ ਆਖੀ ਸੀ, ਮੇਰੇ ਸਤਿਗੁਰਾ ਤੁਸਾਂ ਨੇ ਬੜਾ ਸੌਖਾ ਕਹਿ ਦਿੱਤਾ ਆਪਣੇ ਘਰ ਨੂੰ ਚਲਾ ਜਾ, ਪਰ ਮੈਨੂੰ ਇਹ ਤਾਂ ਦੱਸ ਕਿ ਮੇਰਾ ਘਰ ਹੈ ਕਿੱਥੇ? ਤੇਰੇ ਚਰਨਾਂ ਤੋਂ ਬਿਨਾਂ ਮੇਰਾ ਕੋਈ ਘਰ ਨਹੀਂ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ, ਲੈਣਿਆ ਜੇ ਸਾਡੇ ਚਰਨਾਂ ਤੋਂ ਬਿਨਾਂ ਤੇਰਾ ਕੋਈ ਘਰ ਨਹੀਂ, ਤੇ ਤੇਰੇ ਸਰੀਰ ਤੋਂ ਬਿਨਾਂ ਸਾਡੀ ਵੀ ਜੋਤ ਦਾ ਕੋਈ ਹੋਰ ਘਰ ਨਹੀਂ ਹੈ। ਸਾਡੀ ਜੋਤ ਤੇਰੇ ਹੀ ਅੰਦਰ ਟਿਕੇਗੀ, ਕਿਉਂਕਿ ਜੋ ਤੇਰੇ ਅੰਦਰ ਵਿਸ਼ਵਾਸ, ਜੋ ਤੇਰੇ ਅੰਦਰ ਭਰੋਸਾ ਹੈ, ਜੋ ਤੇਰੇ ਅੰਦਰ ਸਿਦਕ ਹੈ, ਉਹ ਕਿਸੇ ਹੋਰ ਦੇ ਵਿੱਚ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਮੁਬਾਰਕ ਬਚਨ, ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜਹ ਤੇਰ ਦੇਖਾਂ ਤਹ ਤੇਰ ਮੌਜੂਦ। ਗੁਰੂ ਕਿਰਪਾ ਕਰਨ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਆਪ ਜੀ ਬੜੇ ਹੀ ਪਿਆਰ ਦੇ ਨਾਲ ਜੋ ਇਹ ਸਾਡੇ ਸਮਾਗਮ ਚੱਲਦੇ ਪਏ ਨੇ, ਜਿਹਦੇ ਵਿੱਚ ਬੜੇ ਹੀ ਉੱਚ ਕੋਟੀ ਦੇ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਰਾਜ, ਉਹਨਾਂ ਤੋਂ ਬਾਅਦ ਭਾਈ ਖਜ਼ਾਨ ਸਿੰਘ ਜੀ ਰੱਬੀ ਬਾਣੀ ਦੇ ਕੀਰਤਨ ਕਰਕੇ ਗਏ। ਛੋਟੀ ਬੱਚੀ ਸਹਿਜ ਕੌਰ ਨੇ ਵੀ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਗਾਈ। ਉਹਨਾਂ ਤੋਂ ਬਾਅਦ ਕੁਝ ਸਮਾਂ ਦਾਸ ਨੂੰ ਵੀ ਪ੍ਰਾਪਤ ਹੋਇਆ। ਪਰ ਹੁਣ ਇਸ ਤੋਂ ਪਹਿਲਾਂ ਕਿ ਮੈਂ ਪਰਮ ਸਨਮਾਨਯੋਗ ਗੁਰੂ ਕੇ ਮਹਾਨ ਕੀਰਤਨੀਏ ਜੋ ਸਾਡੇ ਰੁਦਰਪੁਰ ਦੀ ਸ਼ਾਨ ਹੈ, ਜਿਨ੍ਹਾਂ ਨੂੰ ਬੜਾ ਹੀ, ਜਿਨ੍ਹਾਂ ਦੀ ਝੋਲੀ ਵਿੱਚ ਸੰਗਤਾਂ ਨੇ ਬੜਾ ਹੀ ਪਿਆਰ ਪਾਇਆ। ਮੇਰੀ ਮੁਰਾਦ ਵੀਰ, ਮੇਰੇ ਤੋਂ ਛੋਟੇ ਵੀਰ ਨੇ ਉਮਰ ਵਿੱਚ ਪਰ ਗੁਨਾਹ ਕਰਕੇ ਵੱਡੇ, ਭਾਈ ਗੁਰਵਿੰਦਰ ਸਿੰਘ ਜੀ ਰੁਦਰਪੁਰ ਵਾਲੇ, ਉਹ ਰੱਬੀ ਬਾਣੀ ਦੇ ਨਾਲ ਆਪ ਜੀ ਨੂੰ ਜੋੜਨਗੇ, ਗੁਰੂ ਕੇ ਕੀਰਤਨ ਨਾਲ ਜੁੜਨਗੇ।
ਪਰ ਉਸ ਤੋਂ ਪਹਿਲਾਂ ਮੈਂ ਇੱਕ ਦੋ ਬੇਨਤੀਆਂ ਜ਼ਰੂਰ ਕਰਨਾ ਚਾਹਾਂਗਾ। ਇਹ ਸਾਰੇ ਦਾ ਸਾਰਾ ਉਦਮ ਉਪਰਾਲਾ ਜੋ ਕੀਤਾ ਜਾ ਰਿਹਾ ਹੈ, ਇਹ ਅੰਮ੍ਰਿਤ ਗੁਰਬਾਣੀ ਚੈਨਲ ਵੱਲੋਂ ਕੀਤਾ ਜਾ ਰਿਹਾ ਹੈ। ਸਤਿਗੁਰ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਐਸਪੀਟੀ ਫੂਡ ਉਸ ਸੰਸਥਾ ਵੱਲੋਂ, ਉਸ ਫਰਮ ਵੱਲੋਂ ਵੀ ਇਹ ਸੇਵਾ ਕੀਤੀ ਜਾ ਰਹੀ ਹੈ। ਤੇ ਨਾਲ ਮੈਂ ਇਹ ਵੀ ਬੇਨਤੀ ਕਰ ਦੇਵਾਂ ਕਿ ਅੰਮ੍ਰਿਤ ਗੁਰਬਾਣੀ ਚੈਨਲ ਜਿਨ੍ਹਾਂ ਦੇ ਉੱਤੇ ਤੁਸੀਂ ਪਿਛਲੇ 2 ਸਾਲ ਤੋਂ ਕਈ ਸਮਾਗਮ ਸਰਵਣ ਕੀਤੇ, ਸਿਰਫ ਗੁਰੂ ਦੀ ਗੱਲ, ਗੁਰਬਾਣੀ ਦੀ ਗੱਲ ਹੈ। ਇੱਕ ਜ਼ਰੂਰ ਬੇਨਤੀ ਕਰਾਂਗਾ, ਇਸ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸੁਣਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰੋ ਇਸ ਚੈਨਲ ਨੂੰ, ਕਿਉਂਕਿ ਅਗਲੀ ਵੀਡੀਓਜ਼ ਜੋ ਅਗਲੇ ਸਮਾਗਮ ਹੋਇਆ ਕਰਨਗੇ ਉਹ ਸਿੱਧੇ ਤੁਹਾਡੇ ਕੋਲ ਪਹੁੰਚ ਜਾਇਆ ਕਰਨਗੇ, ਤੁਹਾਡੇ ਮੋਬਾਈਲ ਦੇ ਉੱਤੇ ਉਹ ਤੁਸੀਂ ਸਰਵਣ ਕਰ ਸਕਦੇ ਹੋ। ਵੱਧ ਤੋਂ ਵੱਧ ਸ਼ੇਅਰ ਕਰੋ ਫੇਸਬੁੱਕ ਦੇ ਉੱਤੇ ਔਰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ। ਅੰਮ੍ਰਿਤ ਗੁਰਬਾਣੀ ਚੈਨਲ, ਇਹਦੇ ਨਾਲ ਤੁਸੀਂ ਜੁੜ ਕੇ ਗੁਰਬਾਣੀ ਦੇ ਨਾਲ ਜੁੜ ਸਕਦੇ ਹੋ। ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਸਾਡੇ ਪਰਮ ਸਨਮਾਨਯੋਗ ਵੀਰ ਗੁਰਵਿੰਦਰ ਸਿੰਘ ਜੀ ਕੀਰਤਨ ਦੇ ਨਾਲ ਸਰਵਣ ਕਰਾਂਗੇ। ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਮੇਰੇ ਛੋਟੇ ਵੀਰ ਮੱਖਣ ਸਾਊਂਡ ਵਾਲੇ, ਇਹਨਾਂ ਦਾ ਸਾਊਂਡ ਬੜਾ ਹੀ ਪਿਆਰਾ ਹੈ। ਤੁਸੀਂ ਆਵਾਜ਼ ਕੱਲ ਵੀ ਸੁਣੀ, ਅੱਜ ਵੀ ਸਰਵਣ ਕੀਤੀ। ਗੁਰੂ ਕਿਰਪਾ ਕਰਨ, ਗੁਰੂ ਦੇ ਪਿਆਰ ਵਾਲੇ, ਗੁਰੂ ਦੇ ਸਿੱਖ, ਚੜ੍ਹਦੀ ਕਲਾ ਵਾਲੇ ਨੇ ਮੱਖਣ ਸਾਊਂਡ ਵਾਲੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਆਓ ਰੱਬੀ ਬਾਣੀ ਦੇ ਕੀਰਤਨ ਦੇ ਨਾਲ ਜੁੜਦੇ ਹਾਂ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।